ਇੱਕ ਦਾ ਹੋ ਜਾਣਾ ਵੀ ਲੋਕਾਂ ਨੂੰ ਪਸੰਦ ਨਹੀਂ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਹਿ ਕਾਹੇ ਦੁੱਖ ਮਾਨਿਆ। ਭਾਵ ਕਿ ਜਦ ਅਸਾਂ ਇਹ ਸਮਝ ਲਿਆ ਕਿ ਹਰ ਪਾਸੇ ਇੱਕ ਹੀ ਰੱਬ ਹੈ, ਉਹੀ ਹਰੇਕ ਅੰਦਰ ਵਸਿਆ ਹੋਇਆ ਹੈ, ਤਾਂ ਪਤਾ ਨਹੀਂ ਲੋਕਾਂ ਨੇ ਇਸ ਗੱਲ ਦਾ ਕਿਉਂ ਬੁਰਾ ਮਨਾਇਆ। ਗੁਰੂ ਪਿਆਰਿਓ, ਇਹ ਗੱਲ ਤੁਸੀਂ ਵੀ ਆਪਣੇ ਜੀਵਨ ਵਿੱਚ ਦੇਖੀ ਹੋਣੀ ਹੈ ਕਿ ਜਦ ਤੁਸੀਂ ਆਪਣੇ ਪਰਿਵਾਰ ਜਾਂ ਕਿਸੇ ਹੋਰ ਨਾਲ ਕਿਤੇ ਜਾਂਦੇ ਹੋ ਤਾਂ ਉਹ ਤੁਹਾਨੂੰ ਕਿਸੇ ਮੜੀ ਜਾਂ ਹੋਰ ਅਣਮਤੀ ਜਗ੍ਹਾ ਤੇ ਮੱਥਾ ਟੇਕਣ ਨੂੰ ਕਹਿੰਦੇ ਹਨ, ਅਤੇ ਜੇ ਤੁਸੀਂ ਕਹਿ ਦੇਵੋ ਕਿ ਨਹੀਂ, ਮੈਂ ਤਾਂ ਆਪਣਾ ਸਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਾਉਂਦਾ ਹਾਂ, ਤਾਂ ਉਹ ਹੈਰਾਨ ਹੋ ਜਾਣਗੇ, ਗੁੱਸੇ ਵੀ ਹੋ ਸਕਦੇ ਹਨ, ਬੁਰਾ ਵੀ ਮਨਾ ਸਕਦੇ ਹਨ ਕਿ ਤੂੰ ਇਹ ਕਿਹੋ ਜਿਹੀ ਗੱਲ ਕਰਦਾ ਹੈ। ਗੁਰੂ ਨੂੰ ਤਾਂ ਅਸੀਂ ਵੀ ਮੰਨਦੇ ਹਾਂ, ਪਰ ਇਸ ਜਗ੍ਹਾ ਨੂੰ ਮੰਨਣਾ ਪੈਂਦਾ ਹੈ। ਕਹਿਣ ਤੋਂ ਭਾਵ ਕਿ ਲੋਕਾਂ ਨੇ ਕਈ ਗੁਰੂ ਬਣਾਏ ਹਨ, ਅਤੇ ਜੇ ਕੋਈ ਸਹੀ ਰਾਹ ਤੇ ਜਾਵੇ ਤਾਂ ਲੋਕ ਵੇਖ ਕੇ ਖੁਸ਼ ਨਹੀਂ ਹੁੰਦੇ ਬਲਕਿ ਨਾਰਾਜ਼ ਹੋ ਜਾਂਦੇ ਹਨ। ਅਤੇ ਇਹ ਗੱਲ ਭਾਵੇਂ ਸਰੀਰ ਨਾਲ ਜੁੜੀ ਹੈ ਜਾਂ ਮਨ ਨਾਲ ਜੁੜੀ ਹੈ, ਦੋਵੇਂ ਜਗ੍ਹਾ ਇੱਕੋ ਜਿਹੇ ਹਾਲਾਤ ਬਣਦੇ ਹਨ। ਭਾਵ ਜੇ ਮਨ ਕਹੇ ਕਿ ਮੈਂ ਸਿੱਧੇ ਰਸਤੇ ਜਾਣਾ ਹੈ ਤਾਂ ਵਿਕਾਰ ਮਨ ਨੂੰ ਘੇਰ ਕੇ ਖੜ ਜਾਂਦੇ ਹਨ ਕਿ ਤੂੰ ਗਲਤ ਰਸਤਾ ਚੁਣਿਆ ਹੈ, ਅਤੇ ਉਸ ਵੇਲੇ ਜੇ ਮਨ ਡੋਲ ਜਾਏ, ਸਹੀ ਰਸਤਾ ਛੱਡ ਦੇਵੇ, ਤਾਂ ਫਿਰ ਮਨ ਆਵਾਗਮਨ ਦੇ ਚੱਕਰ ਵਿੱਚ ਪੈ ਜਾਂਦਾ ਹੈ, ਫਿਰ ਵਿਕਾਰਾਂ ਵਿੱਚ ਪੈ ਕੇ ਇੱਕ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਇਸ ਲਈ ਗੁਰੂ ਪਿਆਰਿਓ, ਜੇ ਕੋਈ ਸਾਨੂੰ ਸਹੀ ਪਾਸੇ ਜਾਂਦੇ ਹੋਏ ਵੀ ਬੁਰਾ ਕਹਿੰਦਾ ਤਾਂ ਕਹਿ ਲੈਣ ਦਿਓ, ਪਰ ਤੁਸੀਂ ਸਹੀ ਰਸਤਾ ਨਾ ਛੱਡੋ। ਲੋਕ ਕੀ ਕਹਿਣਗੇ? ਘਰ ਜਾਂ ਖੇਤ ਆਦਿ ਵਿੱਚ ਕਾਫੀ ਲੋਕ ਕੁਝ ਇੱਟਾਂ ਲਾ ਕੇ, ਮੜੀ ਆਦਿ ਬਣਾ ਕੇ ਪੂਜਾ ਕਰਦੇ ਹਨ। ਪੁੱਛਣ ਤੇ ਦੱਸਦੇ ਹਨ ਕਿ ਇਹ ਸਾਡੀ ਕੁਲ ਰੀਤ ਹੈ, ਸਾਡੇ ਪਿਓ ਦਾਦੇ ਪੜਦਾਦੇ ਮੰਨਦੇ ਆਉਂਦੇ ਹਨ, ਇਸ ਲਈ ਅਸੀਂ ਵੀ ਦੇਖਾ ਦੇਖੀ ਮੰਨਦੇ ਹਾਂ। ਇਸ ਬਾਰੇ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਕਬੀਰ ਦੁਨੀਆ ਕੇ ਦੋਖੇ ਮੁਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੀ ਜਬ ਲੈ ਤਰੈ ਮਸਾਨ। ਭਾਵ ਕਿ ਲੋਕ ਆਪਣੀ ਕੁੱਲ ਰੀਤਾਂ ਨਹੀਂ ਛੱਡਦੇ। ਕਿਉਂਕਿ ਉਹ ਸੋਚਦੇ ਹਨ ਕਿ ਜੇ ਇਸ ਨੂੰ ਛੱਡਿਆ ਤਾਂ ਲੋਕ ਕੀ ਕਹਿਣਗੇ, ਦੁਨੀਆ ਕੀ ਕਹੇਗੀ। ਪਰ ਉਹ ਭੁੱਲ ਜਾਂਦੇ ਹਨ ਕਿ ਇਸ ਪਿੱਛੇ ਅਸੀਂ ਆਪਣਾ ਕੀਮਤੀ ਸਮਾਂ ਗਵਾ ਦਿੰਦੇ ਹਾਂ, ਅੰਦਰ ਦਾ ਸਕੂਨ ਵੀ ਗਵਾ ਲੈਂਦੇ ਹਾਂ, ਅਤੇ ਅੰਦਰੋਂ ਜਿਉਂਦੇ ਹੀ ਮੋਏ ਹੋ ਜਾਂਦੇ ਹਾਂ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਐ ਇਨਸਾਨ, ਜਦ ਤੈਨੂੰ ਮੌਤ ਆਏਗੀ ਫੇਰ ਮੈਨੂੰ ਦੱਸ ਤੇਰੀ ਕਿਹੜੀ ਕੁੱਲ ਸ਼ਰਮਿੰਦਾ ਹੋਏਗੀ, ਕਿਹੜੇ ਲੋਕਾਂ ਤੋਂ ਤੂੰ ਡਰੇਗਾ। ਤੇਰੀ ਇਹ ਕੁੱਲ ਰੀਤ ਜੋ ਤੂੰ ਪੂਜਦਾ ਹੈ ਸਭ ਇੱਥੇ ਹੀ ਛੁੱਟ ਜਾਣੀ ਹੈ। ਇਸ ਲਈ ਆਪਣੇ ਸਮੇਂ ਨੂੰ ਸਹੀ ਦਿਸ਼ਾ ਦੇ, ਆਪਣੇ ਅੰਦਰ ਦੇ ਹਨੇਰੇ ਨੂੰ ਦੂਰ ਕਰ, ਅੰਦਰੋਂ ਵਹਿਮ ਭਰਮ ਦੂਰ ਕਰਕੇ ਆਪਣੇ ਮਨ ਅੰਦਰ ਗੁਰੂ ਦੇ ਗਿਆਨ ਦਾ ਸੂਰਜ ਉਗਾ, ਤਾਂ ਜੋ ਤੂੰ ਸਭ ਕੁਝ ਸਾਫ਼-ਸਾਫ਼ ਦੇਖ ਸਕੇ। ਡਰਾਂ ਨੂੰ ਤੂੰ ਦੂਰ ਕਰਕੇ ਨਿਡਰ ਬਣ ਸਕੇ, ਵੱਖ-ਵੱਖ ਰੱਬਾਂ ਨੂੰ ਤਿਆਗ ਕੇ ਇੱਕ ਰੱਬ ਦੇ ਲੜ ਲੱਗ ਸਕੇ, ਉਸ ਰੱਬ ਦੇ ਜੋ ਸਭ ਨੂੰ ਬਣਾਉਣ ਵਾਲਾ ਹੈ। ਡੱਡੂ ਨਾ ਬਣੀਏ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਐ ਧਰਮ ਦੇ ਰਾਹ ਤੇ ਚੱਲਣ ਵਾਲੇ, ਮੈਂ ਦੇਖਦਾ ਹਾਂ ਕਿ ਤੂੰ ਰੋਜ਼ ਸਵੇਰੇ ਸ਼ਾਮ ਇਸ਼ਨਾਨ ਤਾਂ ਕਰਦਾ ਹੈ, ਸੰਧਿਆ ਪ੍ਰਾਂਤ ਇਸ਼ਨਾਨ ਕਰਾਹੀ, ਜਿਉਂ ਭਏ ਦਾਦੁਰ ਪਾਣੀ ਮਾਹੀ। ਸੰਧਿਆ ਵੇਲੇ ਭਾਵ ਸ਼ਾਮ ਨੂੰ, ਪ੍ਰਾਤଃ ਕਾਲ ਭਾਵ ਸਵੇਰ ਨੂੰ, ਦੋਵੇਂ ਵੇਲੇ ਸਿਰਫ ਤਨ ਦਾ ਇਸ਼ਨਾਨ ਕਰਦਾ ਹੈ ਤੇ ਸੋਚਦਾ ਹੈ ਮੈਂ ਪਵਿੱਤਰ ਹੋ ਗਿਆ ਹਾਂ। ਪਰ ਜੋ ਜ਼ਰੂਰੀ ਸੀ ਮਨ ਦਾ ਇਸ਼ਨਾਨ, ਉਹ ਕੀਤਾ ਹੀ ਨਹੀਂ। ਜਦ ਮਨ ਬਾਣੀ ਪੜਨ ਬੈਠਾ ਤਾਂ ਮਨ ਉੱਤੇ ਬਾਣੀ ਦਾ ਇੱਕ ਛਿੱਟਾ ਵੀ ਨਹੀਂ ਪੈਣ ਦਿੱਤਾ। ਜਿਵੇਂ ਦਾ ਬਾਣੀ ਪੜਨ ਬੈਠਾ ਉਵੇਂ ਹੀ ਸੁੱਕਾ ਉੱਠ ਪਿਆ। ਇੰਜ ਕਰਨ ਨਾਲ ਮਨ ਕਦੇ ਵੀ ਸਾਫ਼ ਨਹੀਂ ਹੁੰਦਾ। ਇਹੋ ਜਿਹਾ ਇਸ਼ਨਾਨ ਜੋ ਸਿਰਫ ਤਨ ਨੇ ਕੀਤਾ, ਮਨ ਨੇ ਨਹੀਂ, ਇਹ ਸਿਰਫ ਡੱਡੂ ਦੀ ਨੀਂਹ ਹੈ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਜਿਵੇਂ ਦਾਦੁਰ ਭਾਵ ਡੱਡੂ ਪਾਣੀ ਅੰਦਰ ਵਸ ਰਹੇ ਹਨ, ਇੰਜ ਹੀ ਸਵੇਰੇ ਸ਼ਾਮ ਇਸ਼ਨਾਨ ਹੋ ਰਹੇ ਹਨ। ਗੁਰੂ ਪਿਆਰਿਓ, ਇੱਥੇ ਗੱਲ ਇਸ਼ਨਾਨ ਦੀ ਨਹੀਂ, ਇਸ਼ਨਾਨ ਤਾਂ ਹਰ ਰੋਜ਼ ਕਰਨਾ ਹੈ। ਗੱਲ ਹੈ ਮਨ ਦੀ ਪਵਿੱਤਰਤਾ ਦੀ। ਜੇ ਮਨ ਨੂੰ ਗੁਰੂ ਦੀ ਬਾਣੀ ਨਾਲ ਨਾ ਸਵਾਰਿਆ, ਜੇ ਮਨ ਨੂੰ ਬਾਣੀ ਦਾ ਇਸ਼ਨਾਨ ਨਾ ਕਰਵਾਇਆ, ਤਾਂ ਬਾਕੀ ਸਾਰੇ ਕਰਮਕਾਂਡ ਬਣ ਕੇ ਰਹਿ ਜਾਣਗੇ। ਜਦ ਮਨ 'ਚ ਰੱਬ ਨਹੀਂ। ਧਰਮ ਨੂੰ ਜੇ ਉੱਪਰੋਂ ਧਰਮੀ ਕੱਪੜਿਆਂ ਕਰਕੇ ਧਰਮੀ ਮੰਨਿਆ ਜਾਂਦਾ ਤਾਂ ਅੱਧੀ ਤੋਂ ਜ਼ਿਆਦਾ ਦੁਨੀਆ ਧਰਮੀ ਦਿਖਾਈ ਦਿੰਦੀ। ਪਰ ਅਕਸਰ ਦੇਖਦੇ ਹਾਂ ਕਿ ਧਰਮੀ ਲਿਬਾਸ ਅੰਦਰ ਪੰਜੇ ਵਿਕਾਰ ਲੁਕੇ ਹੁੰਦੇ ਹਨ। ਜਦੋਂ ਕੋਈ ਮਾੜੀ ਜਿਹੀ ਤੀਲੀ ਉਹਨਾਂ ਨੂੰ ਲਾਉਂਦਾ ਹੈ ਤਾਂ ਇਹ ਸਾਰੇ ਵਿਕਾਰ ਬਾਹਰ ਆ ਜਾਂਦੇ ਹਨ। ਇਸ ਲਈ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਏ, ਹਿਰਦੈ ਰਾਮ ਨ ਚੇਤ ਹੀ ਇਹ ਜਪਨੀ ਕਿਆ ਹੋਏ।
ਐ ਭਾਈ, ਜੇ ਤੂੰ ਅੰਦਰੋਂ ਧਰਮੀ ਨਹੀਂ ਤਾਂ ਬਾਹਰੋਂ ਧਰਮੀ ਬਣਿਆ ਵੀ ਕੋਈ ਆਤਮਿਕ ਲਾਹਾ ਨਹੀਂ ਖੱਟਿਆ ਜਾ ਸਕਦਾ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਤੂੰ ਹੱਥ ਵਿੱਚ ਵਧੀਆ ਤੋਂ ਵਧੀਆ ਤੁਲਸੀ ਅਤੇ ਰੁਦਰਾਖ ਆਦਿ ਦੀ ਮਾਲਾ ਫੜ ਕੇ ਲੋਕਾਂ ਨੂੰ ਕਿਉਂ ਦਿਖਾਉਂਦਾ ਫਿਰਦਾ ਹੈ? ਜੇ ਤੂੰ ਆਪਣੇ ਦਿਲ ਵਿੱਚ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਤਾਂ ਹੱਥ ਵਿੱਚ ਫੜੀ ਹੋਈ ਇਸ ਮਾਲਾ ਦਾ ਵੀ ਕੋਈ ਲਾਭ ਨਹੀਂ ਹੋ ਸਕਦਾ। ਇਸ ਲਈ ਹੈ ਭਾਈ, ਜਿਵੇਂ ਬਾਹਰੋਂ ਸਾਫ਼ ਸੁਥਰਾ ਤੇ ਚੰਗਾ ਦਿਸਣ ਲਈ ਮਿਹਨਤ ਕਰਨੀ ਪੈਂਦੀ ਹੈ, ਇੰਜ ਹੀ ਅੰਦਰ ਵੀ ਸੱਚਾ ਬਣਨ ਲਈ ਮਿਹਨਤ ਕਰ। ਗੁਰੂ ਦੀ ਬਾਣੀ ਨਾਲ ਜੋੜ, ਉਸ ਨੂੰ ਪੜ੍ਹ, ਵਿਚਾਰ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਹੀਂ ਬਲਕਿ ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾ। ਪਰਾਏ ਨਾਲ ਪਿਆਰ। ਜਦ ਮਨ ਰੱਬ ਨੂੰ ਛੱਡ ਕੇ ਹੋਰ ਨਾਲ ਪਿਆਰ ਪਾ ਲੇ, ਭਾਵ ਵਿਕਾਰਾਂ ਨੂੰ ਆਪਣਾ ਮੰਨ ਲੇ, ਤਾਂ ਉਸ ਦੇ ਧਾਰਮਿਕ ਕਰਮ ਵੀ ਵਿਕਾਰਾਂ ਨਾਲ ਲਿਬੜ ਜਾਂਦੇ ਹਨ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂ ਕਹਿ ਹਿਰਦੇ ਭਾਉ ਹੈ ਦੂਜਾ। ਜੇ ਦਿਲ ਦੇ ਅੰਦਰ ਰੱਬੀ ਪਿਆਰ ਦੀ ਥਾਂ ਕਿਸੇ ਹੋਰ ਦਾ ਪਿਆਰ ਹੈ, ਭਾਵ ਜੇ ਮਨ ਅੰਦਰ ਵਿਕਾਰਾਂ ਨਾਲ ਮੋਹ ਹੈ, ਦੁਵਿਧਾ, ਭਰਮ ਤੇ ਝੂਠ ਆਦਿ ਹੈ, ਤਾਂ ਫਿਰ ਕਿਆ ਜਪ, ਕਿਆ ਤਪ ਤੇ ਕਿਆ ਵਰਤ ਆਦਿ ਦੀ ਪੂਜਾ? ਫਿਰ ਤੇ ਕੋਈ ਵੀ ਪੂਜਾ, ਕੋਈ ਵੀ ਜਪ ਕਿਸੇ ਗੁਣ ਦਾ ਨਹੀਂ ਰਿਹਾ। ਕਿਉਂ ਨਹੀਂ ਰਿਹਾ? ਕਿਉਂਕਿ ਉਸ ਅੰਦਰ ਵੀ ਔਗਣ ਵਸ ਗਏ। ਜਿਵੇਂ ਜਦੋਂ ਮਨੁੱਖ ਕਰਮ ਕਰੇ, ਭਾਵੇਂ ਧਾਰਮਿਕ, ਪਰਿਵਾਰਕ ਜਾਂ ਕੋਈ ਵੀ ਕਰਮ ਕਰੇ, ਤਾਂ ਉਸ ਅੰਦਰ ਜੇ ਲੋਭ ਆ ਜਾਏ ਤਾਂ ਉਹ ਕਰਮ ਮੈਲਾ ਹੋ ਜਾਂਦਾ ਹੈ, ਉਹ ਮਨ ਨੂੰ ਰੋਗੀ ਕਰ ਦਿੰਦਾ ਹੈ। ਇਸ ਲਈ ਮਨ ਅੰਦਰ ਵਿਕਾਰ ਨਹੀਂ, ਸਿਰਫ ਪਿਆਰ ਹੋਣਾ ਚਾਹੀਦਾ ਹੈ। ਰੱਬੀ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਹਰ ਕੰਮ ਸੇਵਾ ਬਣ ਜਾਏ, ਹਰ ਕੰਮ ਹੀ ਪੂਜਾ ਬਣ ਜਾਏ, ਹਰ ਕਰਮ ਹੀ ਤਪ ਬਣ ਜਾਏ। ਸੱਚੇ ਸੰਤ ਦੀ ਪਛਾਣ। ਅੱਜ ਦੇ ਦੌਰ ਵਿੱਚ ਦੇਖਦੇ ਹਾਂ ਕਿ ਜੋ ਸੰਤ ਬਾਬੇ ਆਪਣੇ ਆਪ ਬਣੇ ਹਨ, ਉਹਨਾਂ ਦਾ ਜੇ ਥੋੜਾ ਜਿਹਾ ਵਿਰੋਧ ਕਰੋ ਤਾਂ ਉਹਨਾਂ ਅੰਦਰ ਅੱਗ ਬਲਣ ਲੱਗ ਪੈਂਦੀ ਹੈ, ਮੂੰਹੋਂ ਬੋਲ ਕਬੋਲ ਬੋਲਣ ਲੱਗ ਪੈਂਦੇ ਹਨ। ਪਰ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਜੋ ਸੱਚਾ ਸੰਤ ਹੁੰਦਾ ਹੈ, ਉਸ ਨੂੰ ਕੁਝ ਵੀ ਕਹੋ, ਉਹ ਕਦੇ ਆਪਣੀ ਨਿਮਰਤਾ, ਮਿਠਾਸ, ਸੱਚਾਈ ਭੰਗ ਨਹੀਂ ਹੋਣ ਦਿੰਦਾ, ਭਾਵੇਂ ਲੱਖ ਉਸ ਦੀ ਬੁਰਾਈ ਕਰੋ। ਕਬੀਰ ਸੰਤ ਨ ਛਾਡੇ ਸੰਤਈ, ਜੋ ਕੋਟਿਕ ਮਿਲਹਿ ਅਸੰਤ, ਮਲਿਆ ਗਰ ਭਯੰਗਮ ਬਿਰਡਿਓ, ਤਾਂ ਸੀਤਲਤਾ ਨਾ ਤਜੰਤ। ਹੇ ਕਬੀਰ, ਸੰਤ ਆਪਣਾ ਸ਼ਾਂਤ ਸੁਭਾਅ ਕਦੇ ਨਹੀਂ ਛੱਡਦਾ, ਭਾਵੇਂ ਉਸ ਨੂੰ ਕਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ। ਜਿਵੇਂ ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਸੱਪਾਂ ਕਰਕੇ ਆਪਣੀ ਅੰਦਰਲੀ ਠੰਡਕ ਨਹੀਂ ਤਿਆਗਦਾ, ਆਪਣੀ ਮਹਿਕ ਨਹੀਂ ਤਿਆਗਦਾ, ਇੰਜ ਹੀ ਸੰਤ ਆਪਣਾ ਸੁਭਾਅ ਨਹੀਂ ਤਿਆਗਦਾ। ਸੋ ਅਸੀਂ ਇਹੋ ਜਿਹੇ ਸੁਭਾਅ ਦੇ ਧਾਰਨੀ ਬਣਨਾ ਹੈ ਕਿ ਭਾਵੇਂ ਕੋਈ ਸਾਡੇ ਤੇ ਵਿਕਾਰਾਂ ਰੂਪੀ ਲੱਖ ਵਾਰੀ ਹਮਲਾ ਕਰੇ, ਪਰ ਅਸੀਂ ਸੱਚੇ ਬਣੇ ਰਹਿਣਾ ਹੈ, ਗੁਰੂ ਦੀ ਬਾਣੀ ਨਾਲ ਅੰਦਰੋਂ ਠੰਡੇ ਰਹਿਣਾ ਹੈ, ਸੱਚ ਨਾਲ ਜੁੜੇ ਰਹਿਣਾ ਹੈ। ਲਹੂ ਤਾਂ ਇੱਕ ਹੀ ਹੈ। ਜਦ ਕੋਈ ਭਗਤ ਕਬੀਰ ਜੀ ਨੂੰ ਇਹ ਕਹਿੰਦਾ ਹੈ ਕਿ ਤੂੰ ਚਾਹੇ ਕਿੰਨਾ ਵੀ ਵੱਡਾ ਵਿਦਵਾਨ ਬਣ ਜਾ, ਪਰ ਸਾਡਾ ਮੁਕਾਬਲਾ ਨਹੀਂ ਕਰ ਸਕਦਾ, ਕਿਉਂਕਿ ਅਸੀਂ ਤਾਂ ਜੰਮੇ ਹੀ ਉੱਚੀ ਜਾਤ ਵਾਲੀ ਕਰੇ ਹਾਂ, ਤਾਂ ਭਗਤ ਜੀ ਜਵਾਬ ਦਿੰਦੇ ਹਨ ਕਿ ਤੁਮ ਕਤ ਬ੍ਰਾਹਮਣ, ਹਮ ਕਤ ਸੂਦ, ਹਮ ਕਤ ਲਹੂ, ਤੁਮ ਕਤ ਦੂਧ। ਭਾਵ ਕਿ ਹੈ ਭਾਈ, ਐ ਬ੍ਰਾਹਮਣ, ਇਹ ਸਭ ਖੇਡਾਂ ਤੁਹਾਡੀਆਂ ਹੀ ਹਨ। ਰੱਬ ਨੇ ਤਾਂ ਸਭ ਨੂੰ ਇੱਕੋ ਰਾਹੀਂ ਪੈਦਾ ਕੀਤਾ, ਸਭ ਨੂੰ ਮਾਂ ਦੇ ਗਰਭ ਰਾਹੀਂ ਪੈਦਾ ਕੀਤਾ। ਹਰੇਕ ਇਨਸਾਨ ਇੰਜ ਹੀ ਜਨਮ ਲੈਂਦਾ ਹੈ। ਜੇ ਤੁਹਾਨੂੰ ਕੁਝ ਵੱਖਰਾ ਬਣਾਇਆ ਹੁੰਦਾ ਤਾਂ ਤੁਹਾਡੇ ਜਨਮ ਦਾ ਤਰੀਕਾ ਵੀ ਕੁਝ ਹੋਰ ਹੀ ਹੋਣਾ ਸੀ, ਪਰ ਉਸ ਨਿਰੰਕਾਰ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਇਹ ਵੱਖਰੇਪਨ ਦੀ ਖੇਡ ਸਾਰੀ ਤੁਹਾਡੀ ਹੈ। ਜੇ ਤੁਹਾਨੂੰ ਸੱਚਮੁੱਚ ਉਸਨੇ ਵੱਡਾ ਤੇ ਵੱਖਰਾ ਬਣਾਇਆ ਹੁੰਦਾ ਤਾਂ ਤੁਹਾਡੇ ਅੰਦਰ ਖੂਨ ਦੀ ਥਾਂ ਦੁੱਧ ਹੁੰਦਾ। ਪਰ ਇਹ ਭਾਈ, ਸਾਰੀ ਮਨੁੱਖ ਜਾਤੀ ਅੰਦਰ ਲਹੂ ਹੀ ਦੌੜ ਰਿਹਾ ਹੈ। ਇਸ ਲਈ ਇਹ ਭਾਈ, ਸਾਰੇ ਹੀ ਇੱਕ ਹਨ, ਸਾਰੇ ਹੀ ਇੱਕ ਰੱਬ ਦੇ ਜੀ ਹਨ। ਇਸ ਲਈ ਇਹ ਵਿਤਕਰੇ ਛੱਡ, ਵੱਡਾ ਛੋਟਾ, ਉੱਚਾ ਨੀਵਾਂ, ਜਾਤ ਪਾਤ, ਇਹ ਸਭ ਤਿਆਗ ਕੇ ਹਰੇਕ ਨਾਲ ਮਿਲ ਕੇ ਰਹਿ। ਇਹੀ ਸੱਚਾ ਰਾਹ ਹੈ। ਸਾਰਿਆਂ ਦੀ ਇੱਕ ਹੀ ਜਾਤੀ ਹੈ, ਮਾਨਵ ਜਾਤੀ। ਸਾਰਿਆਂ ਅੰਦਰ ਇੱਕ ਹੀ ਜੋਤ ਹੈ, ਰੱਬੀ ਜੋਤ। ਰੁੱਖ ਦੀ ਛਾਂ। ਇਉਂ ਜਾਪਦਾ ਹੈ ਜਿਵੇਂ ਭਗਤ ਕਬੀਰ ਜੀ ਦੀ ਅੱਖਾਂ ਦੇ ਸਾਹਮਣੇ ਗਰਮੀ ਦੀ ਰੁੱਤ ਦਾ ਨਕਸ਼ਾ ਆ ਖਲੋਤਾ ਹੈ। ਗਰਮੀ ਬਹੁਤ ਪੈ ਰਹੀ ਹੈ। ਇੱਕ ਮੁਸਾਫਰ ਦੂਰੋਂ ਇੱਕ ਸੋਹਣੇ ਸੰਘਣੀ ਛਾਂ ਵਾਲੇ ਰੁੱਖ ਅੰਬ ਨੂੰ ਵੇਖ ਕੇ ਉਸ ਦਾ ਆਸਰਾ ਆ ਲੈਂਦਾ ਹੈ। ਇਸ ਛਾਂ ਦਾ ਆਸਰਾ ਲਿਆ ਉਸ ਦੀ ਤਪਸ਼ ਵੀ ਮਿਟਦੀ ਹੈ ਅਤੇ ਉਸ ਨੂੰ ਰੁੱਖ ਦਾ ਪੱਕਾ ਫਲ ਵੀ ਖਾਣ ਨੂੰ ਮਿਲਦਾ ਹੈ। ਇਸ ਨਾਲ ਉਹ ਆਪਣੀ ਭੁੱਖ ਵੀ ਦੂਰ ਕਰਦਾ ਹੈ ਤੇ ਛਾਂ ਵੀ ਮੰਨਦਾ ਹੈ। ਇੰਜ ਹੀ ਵਿਕਾਰਾਂ ਦੀ ਤਪਸ਼ ਹੈ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ
कबीर तरवर रूपी राम है, फल रूपी बैराग, छाया रूपी साध है, जिन तजिया बाद विवाद। ਭਾਵ ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਜਗਤ ਵਿੱਚ ਪਰਮਾਤਮਾ ਦਾ ਨਾਮ ਮਾਨੋ ਇੱਕ ਸੋਹਣਾ ਰੁੱਖ ਹੈ। ਗੁਰਮੁਖ ਸੰਤ ਜਨ ਇਸ ਰੁੱਖ ਦੀ ਠੰਡੀ ਛਾਂ ਹਨ। ਜੋ ਮਨੁੱਖ ਵਿਕਾਰਾਂ ਦੀ ਤਪਸ਼ ਤੋਂ ਬਚਣ ਲਈ ਗੁਰਮੁਖਾਂ ਦੀ ਸੰਗਤ ਦਾ ਸਹਾਰਾ ਲੈਂਦੇ ਹਨ, ਉਹਨਾਂ ਦੇ ਅੰਦਰ ਠੰਡ ਪੈ ਜਾਂਦੀ ਹੈ ਅਤੇ ਉਸ ਨੂੰ ਵੈਰਾਗ ਦੀ ਦਾਤ ਮਿਲਦੀ ਹੈ, ਜਿਸ ਦੀ ਬਰਕਤ ਨਾਲ ਉਹ ਬਾਦ ਵਿਵਾਦ ਤੋਂ ਮਾਇਆ ਵੱਲੋਂ ਰੱਜੇ ਰਹਿੰਦੇ ਹਨ। ਇੰਜ ਜੇ ਜ਼ਿੰਦਗੀ ਵਿੱਚ ਵਿਕਾਰਾਂ ਦੀ ਅੱਗ ਤੋਂ ਬਚਣਾ ਹੈ ਤਾਂ ਐ ਭਾਈ ਸੰਗਤ ਕਰੋ ਸੱਚ ਦੀ, ਸੰਗਤ ਕਰੋ ਗੁਰਮੁਖਾਂ ਦੀ, ਸੰਗਤ ਕਰੋ ਗੁਰੂ ਦੀ ਬਾਣੀ ਦੀ। ਰਾਜਾ ਤੇ ਭਿਖਾਰੀ ਦੋਵੇਂ ਦੁਖੀ ਹਨ। ਸਾਡੇ ਵਿੱਚੋਂ ਬਹੁਤੇ ਸੋਚਦੇ ਹਨ ਕਿ ਜਿਨ੍ਹਾਂ ਕੋਲ ਦੌਲਤ ਹੈ ਉਹ ਸੁਖੀ ਹਨ, ਪਰ ਜੋ ਉਹਨਾਂ ਦੇ ਨਾਲ ਰਹਿੰਦੇ ਹਨ ਉਹ ਜਾਣਦੇ ਹਨ ਕਿ ਉਹ ਕਿੰਨੇ ਕੁ ਸੁਖੀ ਹਨ। ਭਗਤ ਕਬੀਰ ਜੀ ਤੇ ਬਹੁਤ ਸਾਫ਼ ਫਰਮਾ ਰਹੇ ਹਨ ਕਿ ਅੰਧਕਾਰ ਸੁਖ ਕਬਹਿ ਨ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਾਵ ਜੇ ਮਨ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਤਾਂ ਕੋਈ ਵੀ ਸੁੱਖ ਦੀ ਨੀਂਦੇ ਨਹੀਂ ਸੌ ਸਕਦਾ। ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਰੰਕ ਹੈ, ਦੋਵੇਂ ਹੀ ਦੁਖੀ ਰਹਿੰਦੇ ਹਨ, ਰੋਂਦੇ ਹਨ। ਕਿਉਂ ਰੋਂਦੇ ਹਨ? ਕਿਉਂਕਿ ਮਨ ਅੰਦਰ ਹਨੇਰਾ ਹੈ। ਹਨੇਰਾ ਹੈ ਅਗਿਆਨਤਾ ਦਾ, ਹਨੇਰਾ ਹੈ ਝੂਠ ਦਾ। ਜਦ ਮਨ ਅੰਦਰ ਸੱਚ ਨਾ ਹੋਵੇ, ਸਬਰ ਨਾ ਹੋਵੇ, ਸੰਤੋਖ, ਵਿਸ਼ਵਾਸ, ਨਿਡਰਤਾ, ਭਾਈਵਾਲਤਾ, ਨਿਮਰਤਾ, ਮਿਠਾਸ ਆਦਿ ਗੁਣ ਨਾ ਹੋਵਣ, ਜੇ ਗੁਣਾਂ ਦਾ ਮਨ ਅੰਦਰ ਪ੍ਰਕਾਸ਼ ਨਾ ਹੋਵੇ ਤਾਂ ਮਨ ਹਨੇਰੇ ਅੰਦਰ ਰਹਿੰਦਾ, ਅਗਿਆਨਤਾ ਅੰਦਰ ਰਹਿੰਦਾ। ਜ਼ਿੰਦਗੀ ਦੀ ਰਾਹ ਵਿੱਚ ਸਭ ਕੁਝ ਹੁੰਦੇ ਠੇਡੇ ਖਾਂਦਾ ਰਹਿੰਦਾ, ਕਿਉਂਕਿ ਕੋਲ ਗਿਆਨ ਦਾ ਪ੍ਰਕਾਸ਼ ਨਹੀਂ, ਕੋਲ ਸਮਝ ਨਹੀਂ, ਕੋਲ ਵਿਵੇਕ ਨਹੀਂ। ਇਸ ਲਈ ਇਹ ਰੋਂਦੇ ਹਨ, ਦੁੱਖ ਪਾਉਂਦੇ ਹਨ। ਸਿਰ ਤੇ ਭਾਰ ਰੱਖ ਤੁਰਨਾ ਔਖਾ। ਜੇ ਸਿਰ ਤੇ ਭਾਰ ਰੱਖਿਆ ਹੋਏ ਤੇ ਇਨਸਾਨ ਲੰਬਾ ਪੈਂਡਾ ਤੈਅ ਨਹੀਂ ਕਰ ਸਕਦਾ। ਇੰਜ ਹੀ ਜਦ ਅਸੀਂ ਸਿਰ ਤੇ ਨਿੰਦਾ ਦਾ ਭਾਰ ਰੱਖ ਲਈਏ, ਵਿਕਾਰਾਂ ਦਾ ਭਾਰ ਜਮ੍ਹਾਂ ਕਰ ਲਈਏ ਤਾਂ ਜ਼ਿੰਦਗੀ ਦੇ ਸਿਖਰ ਤੇ ਕਦੇ ਨਹੀਂ ਪਹੁੰਚ ਪਾਵਾਂਗੇ। ਇਸ ਲਈ ਜੇ ਲੰਬਾ ਪੈਂਡਾ ਤੈਅ ਕਰਨਾ ਹੈ ਤਾਂ ਸਿਰ ਤੋਂ ਭਾਰ ਲਾ ਕੇ ਚੱਲੋ, ਵਿਕਾਰਾਂ ਤੋਂ ਮੁਕਤ ਹੋ ਕੇ ਚੱਲੋ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਕਬੀਰ ਭਾਰ ਪਰਾਈ ਸਿਰ ਚਰੈ, ਚੱਲਿਓ ਚਾਹੈ ਬਾਟ, ਆਪਣੇ ਭਾਰੈ ਨਾ ਡਰੈ, ਆਗੈ ਆਓ ਘਟ ਘਾਟ। ਭਾਵ ਮਨੁੱਖ ਦੇ ਸਿਰ ਤੇ ਪਰਾਈ ਨਿੰਦਿਆ ਦਾ ਭਾਰ ਚੜ੍ਹਦਾ ਜਾਂਦਾ ਹੈ, ਪਰ ਅਫਸੋਸ ਭਾਰ ਵੀ ਚੜੀ ਜਾਂਦਾ ਹੈ। ਫਿਰ ਵੀ ਮਨੁੱਖ ਇਸ ਨਿੰਦਿਆ ਦੇ ਰਾਹੇ ਤੁਰਨਾ ਪਸੰਦ ਕਰਦਾ ਹੈ ਤੇ ਇਸ ਨਿੰਦਾ ਕਾਰਨ ਜੋ ਹੋਰ ਭਾਰ ਜਮ੍ਹਾਂ ਹੋ ਰਿਹਾ ਉਸ ਦਾ ਇਸ ਨੂੰ ਚੇਤਾ ਵੀ ਨਹੀਂ ਰਹਿੰਦਾ। ਇਹ ਜਾਣਦਾ ਹੀ ਨਹੀਂ ਕਿ ਇਸ ਨੇ ਆਪਣੇ ਸਿਰ ਤੇ ਬਿਨਾਂ ਕੁਝ ਕੀਤਾ ਕਿੰਨਾ ਵਿਕਾਰਾਂ ਦਾ ਬੋਝ ਚੱਕਿਆ ਹੋਇਆ ਅਤੇ ਇੰਨੇ ਭਾਰ ਨਾਲ ਇਹ ਜ਼ਿੰਦਗੀ ਦਾ ਅਗਲਾ ਰਸਤਾ ਕਿੰਜ ਤੈਅ ਕਰ ਪਾਏਗਾ। ਭਾਵ ਰਸਤੇ ਵਿੱਚ ਹੀ ਇਹ ਦਮ ਤੋੜ ਜਾਏਗਾ। ਇਸ ਲਈ ਜੇ ਜ਼ਿੰਦਗੀ ਦੇ ਰਸਤੇ ਦਾ ਆਨੰਦ ਲੈਣਾ ਹੈ ਤਾਂ ਸਿਰ ਤੋਂ ਭਾਰ ਲਾਓ, ਤੇ ਭਾਰ ਗੁਰੂ ਦੀ ਬਾਣੀ ਨਾਲ ਹੀ ਲੈਂਦਾ ਹੈ। ਗੁਰੂ ਦੀ ਸਿੱਖਿਆ ਜਦ ਮਨ ਅੰਦਰ ਜਾਂਦੀ ਹੈ ਤਾਂ ਵਿਕਾਰ ਆਪਣੇ ਆਪ ਦੂਰ ਹੁੰਦੇ ਚਲੇ ਜਾਂਦੇ ਹਨ, ਮਨ ਹਲਕਾ ਹੁੰਦਾ ਜਾਂਦਾ ਹੈ, ਉਸ ਦੀ ਰਾਹ ਸੁਖਾਲੀ ਹੁੰਦੀ ਜਾਂਦੀ ਹੈ। ਸਵਰਗ ਦੀ ਆਸ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਲੋਕਾਂ ਨੂੰ ਸਵਰਗ ਦੀ ਆਸ ਵਿੱਚ ਨਹੀਂ ਪਾਉਣਾ ਚਾਹੀਦਾ, ਬਲਕਿ ਸਿੱਧਾ ਰੱਬ ਨਾਲ ਜੋੜਨਾ ਚਾਹੀਦਾ ਹੈ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਭਾਵ ਕਿ ਜਦ ਤੱਕ ਮਨ ਅੰਦਰ ਬੈਕੁੰਠ ਸਵਰਗ ਦੀ ਆਸ ਲੱਗੀ ਰਹੇਗੀ ਉਦੋਂ ਤੱਕ ਪਰਮਾਤਮਾ ਦੇ ਚਰਨਾਂ ਵਿੱਚ ਮਨ ਦਾ ਨਿਵਾਸ ਨਹੀਂ ਹੋ ਪਾਏਗਾ। ਭਾਵ ਮਨ ਪੂਰੀ ਤਰ੍ਹਾਂ ਨਾਲ ਇੱਕ ਨਾ ਹੋ ਪਾਏਗਾ, ਕਿਉਂਕਿ ਮਨ ਅੰਦਰ ਇਹਨਾਂ ਆਸਾਂ ਕਰਕੇ ਲੋਭ ਦੀ ਕੰਧ ਖੜੀ ਹੋ ਜਾਏਗੀ। ਇਸ ਲਈ ਗੁਰੂ ਪਿਆਰਿਓ, ਰੱਬ ਨੂੰ ਕਿਸੇ ਲਾਲਚ ਕਰਕੇ ਨਾ ਪਾਓ, ਕਿਉਂਕਿ ਜਿੱਥੇ ਲਾਲਚ ਹੈ ਉੱਥੇ ਪਿਆਰ ਨਹੀਂ ਪੈ ਸਕਦਾ। ਜਿੱਥੇ ਲਾਲਚ ਹੈ ਉੱਥੇ ਲਾਲਚ ਹੀ ਮਿਲੇਗਾ, ਪਰਮਾਤਮਾ ਨਹੀਂ। ਉੱਠ ਜਾਗ, ਕਿਉਂ ਸੁੱਤਾ ਪਿਆ ਹੈ? ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਉੱਠ ਭਾਈ, ਕਿਉਂ ਸੁੱਤਾ ਪਿਆ ਹੈ? ਜਦ ਮੌਤ ਆਈ ਉਦੋਂ ਤਾਂ ਤੂੰ ਲੱਤਾਂ ਪਸਾਰ ਕੇ ਸੋਣਾ ਹੀ ਹੈ। ਹੁਣ ਤਾਂ ਜਾਗ, ਜਿਉਂਦੇ ਜੀ ਤਾਂ ਉੱਠ, ਕਿਉਂ ਮੁਰਦਾ ਬਣਿਆ ਪਿਆ ਹੈ? ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ, ਲਾਂਬੇ ਗੋਡ ਪਸਾਰ। ਹੇ ਭਾਈ, ਤੂੰ ਕਿਉਂ ਸੁੱਤਾ ਪਿਆ ਹੈ? ਸੌਂ ਕੇ ਤੂੰ ਕਿਹੜੇ ਕੰਮ ਸਵਾ ਰਿਹਾ ਹੈ? ਸੌਂ ਕੇ ਸਿਰਫ ਸਮੇਂ ਨੂੰ ਅਜਾਈਂ ਗਵਾ ਰਿਹਾ ਹੈ। ਇਸ ਨਾਲ ਸਮਾਂ ਅਤੇ ਜੀਵਨ ਜੋ ਬੇਸ਼ਕੀਮਤੀ ਤੋਹਫੇ ਹਨ ਉਹਨਾਂ ਨੂੰ ਖਰਾਬ ਕਰ ਰਿਹਾ ਹੈ। ਇਸ ਲਈ ਇਸ ਵਕਤ ਤੇ ਉੱਠ, ਰੱਬ ਦਾ ਨਾਮ ਜਪ,
ਐ ਮਨ ਤੂੰ ਮਾਇਆ ਦੀ ਨੀਂਦ ਤੂੰ ਜਾਗ, ਹੋਸ਼ ਕਰ। ਜੇ ਇੰਜ ਹੀ ਰਿਹਾ ਤਾਂ ਇੱਕ ਦਿਨ ਅਜਿਹਾ ਬੇਬਸ ਹੋ ਕੇ ਸੋਏਗਾ ਕਿ ਮੁੜ ਉੱਠਿਆ ਹੀ ਨਹੀਂ ਜਾਏਗਾ। ਉਸ ਦਿਨ ਜੇ ਉੱਠਣਾ ਵੀ ਚਾਹੇ, ਉਸ ਦਾ ਨਾਮ ਲੈਣਾ ਵੀ ਚਾਹੇ ਤਾਂ ਨਹੀਂ ਲੈ ਪਾਏਗਾ। ਇਸ ਲਈ ਜਾਗ, ਹੋਸ਼ ਕਰ, ਨਾਮ ਜਪ, ਜੀਵਨ ਸਵਾਰ, ਸਮੇਂ ਨੂੰ ਸਫਲ ਕਰ। ਇੱਕ ਹੀ ਗੁਰੂ ਦੇ ਲੜ ਲੱਗੋ। ਅੱਜ ਦੀ ਗੱਲ ਕੀਤੀ ਜਾਏ ਤਾਂ ਬਹੁਤੇ ਲੋਕ ਕਈ ਗੁਰੂ ਬਣਾ ਕੇ ਬੈਠੇ ਹਨ, ਪਰ ਉਹਨਾਂ ਤੋਂ ਮਨ ਸਦਕੇ ਜਾਂਦਾ ਹੈ ਜੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹਨ, ਜੋ ਇੱਕ ਦਾ ਦਰ ਕਦੇ ਨਹੀਂ ਛੱਡਦੇ। ਉਹਨਾਂ ਬਾਰੇ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਭਾਵ ਇਹੋ ਜਿਹਾ ਗੁਰੂ ਧਾਰਨ ਕਰੋ ਕਿ ਦੂਜੀ ਵਾਰ ਗੁਰੂ ਧਾਰਨ ਦੀ ਲੋੜ ਹੀ ਨਾ ਰਹੇ। ਇੰਜ ਨਾ ਹੋਵੇ ਕਿ ਇੱਕ ਗੁਰੂ ਮਰ ਜਾਏ ਤੇ ਫਿਰ ਦੂਸਰਾ ਕਰਨਾ ਪਏ, ਜਾਂ ਇੱਕ ਤੋਂ ਆਸ ਪੂਰੀ ਨਾ ਹੋਏ ਤਾਂ ਦੂਸਰੇ ਕੋਲ ਜਾਣਾ ਪਏ। ਨਹੀਂ, ਐਵੇਂ ਗੁਰੂ ਨਹੀਂ ਬਣਾਣੇ। ਇੱਕ ਗੁਰੂ ਦੇ ਲੜ ਲੱਗਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਹੈ, ਜੋ ਸਾਰੀਆਂ ਆਸਾਂ, ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ। ਸੋ ਗੁਰੂ ਪਿਆਰੋ, ਗੁਰੂ ਉਹੀ ਹੈ ਜੋ ਸਦਾ ਸਾਡੇ ਨਾਲ ਰਹੇ, ਸਦਾ ਸਾਡੀ ਅਗਵਾਈ ਕਰੇ, ਸਾਨੂੰ ਇੱਕ ਰੱਬ ਵਾਲੇ ਪਾਸੇ ਲਾਏ ਅਤੇ ਸਭਨਾਂ ਅੰਦਰ ਉਸ ਇੱਕ ਨੂੰ ਦੇਖਣਾ ਸਿਖਾ ਦੇਵੇ। ਐਸੇ ਗੁਰੂ ਦੇ ਲੜ ਲੱਗਣਾ ਹੈ ਜੋ ਸਦਾ ਅਮਰ ਹੈ, ਜੋ ਸਦਾ ਰਹਿਣ ਵਾਲਾ ਹੈ, ਜੋ ਸਦਾ ਇੱਕ ਨਾਲ ਜੁੜਿਆ ਹੈ। ਰੱਬ ਨਾਲ ਜੁੜਨ ਦਾ ਵੇਲਾ ਅੱਜ ਹੈ। ਅਕਸਰ ਹੀ ਲੋਕ ਕਹਿੰਦੇ ਹਨ ਕਿ ਤੂੰ ਕੀ ਜਵਾਨੀ ਵਿੱਚ ਪਾਠ ਕਰਨ ਲੱਗ ਪਿਆ ਹੈ। ਇਹ ਕੰਮ ਤਾਂ ਬੁਢੇਪੇ ਵਿੱਚ ਕਰਨੇ ਸਹੀ ਹੁੰਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ 4 ਸਾਹਿਬਜ਼ਾਦੇ ਨਿੱਕੀਆਂ ਉਮਰਾਂ ਅੰਦਰ ਵੱਡੇ ਸਾਕੇ ਕਰ ਗਏ। ਕਿਵੇਂ ਕਰ ਗਏ? ਕਿਉਂਕਿ ਉਹਨਾਂ ਅੰਦਰ ਗੁਰਬਾਣੀ ਸੀ। ਇੰਜ ਹੀ ਜੀ ਅਸੀਂ ਵੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਉਣਾ ਹੈ, ਰੱਬੀ ਹੁਕਮ ਅੰਦਰ ਜਿਉਣਾ ਹੈ, ਤਾਂ ਅੱਜ ਹੀ ਇੱਕ ਨਾਲ ਇੱਕ ਹੋਣਾ ਪਏਗਾ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਕਬੀਰਾ ਰਾਮ ਨ ਚੇਤਿਓ ਜਰਾ ਪਹੁੰਚਿਓ ਆਏ, ਲਾਗੇ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ। ਭਾਵ ਕਿ ਜਵਾਨੀ ਵੇਲੇ ਤਾਂ ਰਾਮ ਨੂੰ ਯਾਦ ਨਹੀਂ ਕੀਤਾ, ਕਦੇ ਅਕਾਲ ਪੁਰਖ ਨਾਲ ਨੇੜਤਾ ਨਹੀਂ ਬਣਾਈ, ਅਤੇ ਹੁਣ ਜਦ ਬੁਢੇਪਾ ਆ ਗਿਆ ਤਾਂ ਹੁਣ ਰੱਬ ਚੇਤੇ ਆਉਂਦਾ ਹੈ। ਪਰ ਕੀ ਕੀਤਾ ਜਾਏ, ਸਾਰੀ ਉਮਰ ਇੰਨੇ ਵਿਕਾਰ ਇਕੱਠੇ ਕਰ ਲਏ ਕਿ ਹੁਣ ਉਸ ਪਾਸੇ ਵੀ ਮਨ ਨਹੀਂ ਲੱਗਦਾ। ਜਿਵੇਂ ਜੇ ਕਿਸੇ ਘਰ ਬੂਹੇ ਵਾਲੇ ਪਾਸਿਓਂ ਅੱਗ ਲੱਗ ਜਾਏ ਤਾਂ ਉਸ ਵੇਲੇ ਘਰ ਵਿੱਚੋਂ ਬਹੁਤਾ ਕੁਝ ਸੜਨ ਨੂੰ ਬਚਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜੇ ਜਵਾਨੀ ਵਿਕਾਰਾਂ ਵਿੱਚ ਗਲ ਜਾਏ ਤਾਂ ਬੁਢੇਪੇ ਵਿੱਚ ਵੀ ਉਮਰ ਦੇ ਗਿਣਤੀ ਦੇ ਦਿਨ ਹੋਣ ਕਰਕੇ ਜੀਵਨ ਬਹੁਤਾ ਸਵਾਰਿਆ ਨਹੀਂ ਜਾ ਸਕਦਾ। ਸਵਾਰਨ ਦਾ ਸਮਾਂ ਅੱਜ ਹੈ, ਹੁਣੇ ਹੈ। ਪੈਸੇ ਨਾਲ ਰੱਬ ਨਹੀਂ ਮਿਲਦਾ। ਜੇ ਰੱਬ ਕਿਤੇ ਪੈਸੇ ਨਾਲ ਮਿਲਦਾ ਹੁੰਦਾ ਤਾਂ ਗਰੀਬਾਂ ਨੂੰ ਕਦੇ ਵੀ ਰੱਬ ਨਹੀਂ ਮਿਲਦਾ, ਤੇ ਅਮੀਰ ਉਸ ਨੂੰ ਜਦ ਚਾਹੁੰਦੇ ਪਾ ਲੈਂਦੇ। ਪਰ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਭਾਵ ਕਿ ਸੋਨੇ ਤੋਲ ਦੇ ਵੱਟੇ ਵੀ ਰੱਬ ਨਹੀਂ ਮਿਲਦਾ। ਜਿੰਨਾ ਮਰਜੀ ਸੋਨਾ ਹੋਵੇ, ਪੈਸਾ ਹੋਵਣ, ਇੰਜ ਰੱਬ ਨਹੀਂ ਮਿਲਦਾ। ਹਾਂ, ਉਸ ਨੂੰ ਪਾਣਾ ਹੈ ਤੇ ਤੱਕੜੀ ਦੇ ਇੱਕ ਪਾਸੇ ਮਨ ਰੱਖਣਾ ਪਏਗਾ। ਮਨ ਦੇ ਕੇ ਹੀ ਰੱਬ ਮਿਲਦਾ ਹੈ। ਭਾਵ ਆਪਣੀ ਮਨ ਮਰਜੀ ਛੱਡਣੀ ਪਏਗੀ, ਵਿਕਾਰ ਤਿਆਗਣੇ ਪੈਣਗੇ। ਜਦੋਂ ਤੱਕ ਮਨ ਆਪਣਾ ਹੈ ਉਦੋਂ ਤੱਕ ਰਾਮ ਪਰਾਇਆ ਹੈ। ਜਦ ਮਨ ਨੂੰ ਗੁਰੂ ਦੇ ਹਵਾਲੇ ਕਰ ਦਈਏ ਤਾਂ ਗੁਰੂ ਰੱਬ ਨਾਲ ਮਿਲਾ ਦਿੰਦਾ ਹੈ। ਲੋੜ ਸਿਰਫ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਹੈ, ਆਪਣੀ ਮਤ ਤਿਆਗਣ ਦੀ ਲੋੜ ਹੈ। ਪੱਕੇ ਹੋਏ ਹੀ ਅਪੜਦੇ ਹਨ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਰੱਬ ਦੇ ਦੁਆਰੇ ਉਹੀ ਪਹੁੰਚਦੇ ਹਨ ਜੋ ਮੁਸ਼ਕਿਲਾਂ ਅੰਦਰ ਘਬਰਾਉਂਦੇ ਨੇ ਅਤੇ ਸਦਾ ਇੱਕ ਨਾਲ ਜੁੜੇ ਰਹਿੰਦੇ ਹਨ। ਜੋ ਉਸ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਹਨ, ਉਹੀ ਉਸ ਤੱਕ ਪਹੁੰਚਦੇ ਹਨ। ਇੱਕ ਬੜੀ ਹੀ ਪਿਆਰੀ ਉਦਾਹਰਨ ਨਾਲ ਭਗਤ ਜੀ ਸਮਝਾ ਰਹੇ ਹਨ ਕਿ ਕਬੀਰ ਫਲ ਲਾਗੇ ਫਲਣ, ਪਾਕਣ ਲਾਗੇ ਆਂਬ, ਜਾਏ ਪਹੁੰਚ ਹੈ ਖਸਮ ਕੋ, ਜੋ ਬੀਚ ਨ ਖਾਹੀ ਕਾਂਬ। ਭਾਵ ਹੈ ਕਬੀਰ ਅੰਬਾਂ ਦੇ ਬੂਟਿਆਂ ਨੂੰ ਪਹਿਲਾਂ ਫਲ ਲੱਗਦੇ ਹਨ ਤੇ ਸਹਿਜੇ ਫਿਰ ਉਹ ਪੱਕਣੇ ਸ਼ੁਰੂ ਹੁੰਦੇ ਹਨ। ਪੱਕਣ ਤੋਂ ਪਹਿਲਾਂ ਉਹ ਅੰਬ ਹਨੇਰੀ ਆਦਿਕ ਨਾਲ ਟਾਹਣੀ ਨਾਲ ਉਹ ਹਿੱਲਣ ਨਾ, ਭਾਵ ਥੱਲੇ ਨਾ ਡਿੱਗਣ। ਜੇ ਉਹ ਹੌਸਲੇ ਤੇ ਸਬਰ ਨਾਲ ਟਿਕੇ ਰਹਿਣ ਤਾਂ ਹੀ ਉਹ ਮਾਲਕ ਤੱਕ ਅਪੜਦੇ ਹਨ। ਇੰਜ ਹੀ ਜੋ ਮਨ ਅਡੋਲ ਰਹਿੰਦਾ ਹੈ, ਹੁਕਮ ਅੰਦਰ ਰਹਿੰਦਾ ਹੈ, ਸਬਰ ਅੰਦਰ ਰਹਿੰਦਾ ਹੈ, ਉਹੀ ਮਨ ਉਸ ਤੱਕ ਅਪੜ ਪਾਉਂਦਾ ਹੈ। ਮਰਨ ਦਾ ਆਨੰਦ। ਗੁਰਬਾਣੀ ਵਿੱਚ ਜਦ ਮਰਨ ਦੀ ਗੱਲ ਆਉਂਦੀ ਹੈ ਤਾਂ ਬਹੁਤਾਂਤ ਵਿਕਾਰਾਂ ਵੱਲੋਂ ਮਰਨ ਦੀ ਗੱਲ ਆਉਂਦੀ ਹੈ, ਭਾਵ ਮਾੜੇ ਪਾਸੇ ਵੱਲੋਂ ਮਰ ਜਾਣਾ। ਪਰ ਇਹ ਬੜੀ ਦੁਖਦਾਈ ਗੱਲ ਹੈ ਕਿ ਇਸ ਪਾਸੇ ਕੋਈ ਮਰਨਾ ਨਹੀਂ ਚਾਹੁੰਦਾ।
कोई माड़ा सुनना, देखना, बोलना, करना, लिखना आदि छड्डना नहीं चाहता। इसलिए भगत कबीर जी फरमाते हैं कि इहो ਜਿਹੀ मौत तो लोग डरते हैं। जह मरना सब जगत तरासिया, सो मरना गुर शब्द प्रगासिया। ਭਾਵ ਜਿਸ ਮਰਨੇ ਤੋਂ, ਭਾਵ ਜਿਸ ਪਾਸੇ ਮਰਨ ਤੋਂ ਲੋਕ ਡਰਦੇ ਹਨ, ਗੁਰੂ ਦੀ ਸ਼ਬਦ ਦੀ ਬਰਕਤ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮਰਨਾ ਅਸਲ ਵਿੱਚ ਹੈ ਕੀ, ਅਤੇ ਇਹ ਮੌਤ ਜ਼ਰੂਰੀ ਵੀ ਹੈ। ਭਾਵ ਵਿਕਾਰਾਂ ਵੱਲੋਂ ਮਰਨਾ ਜ਼ਰੂਰੀ ਹੈ। ਜੇ ਇੱਕ ਵਾਰ ਗੁਰੂ ਦੇ ਸ਼ਬਦ ਵਿੱਚ ਮਨ ਨੂੰ ਮਾਰਿਆ ਜਾਏ, ਆਪਾ ਭਾਵ ਗਵਾਇਆ ਜਾਏ, ਆਪਣੀ ਮੱਤ ਤਿਆਗੀ ਜਾਏ ਤਾਂ ਰੋਜ਼ ਦਾ ਮਰਨਾ ਮੁੱਕ ਜਾਂਦਾ ਹੈ। ਫਿਰ ਜਨਮ ਮਰਨ ਨਹੀਂ ਰਹਿੰਦਾ। ਐਸਾ ਮਰਨਾ ਜੇ ਕੋਈ ਸਿੱਖ ਲਏ ਤਾਂ ਉਸ ਦਾ ਮੌਤ ਦਾ ਡਰ ਚੁੱਕਿਆ ਜਾਂਦਾ ਹੈ। ਉਹ ਨਿਡਰ ਬਣ ਜਾਂਦਾ ਹੈ। ਉਸ ਨੂੰ ਫਿਰ ਸਾਰੀ ਜ਼ਿੰਦਗੀ ਕੋਈ ਵਿਕਾਰ ਡਰਾ ਨਹੀਂ ਪਾਉਂਦਾ। ਉਹ ਕਦੇ ਫਿਰ ਅਗਿਆਨਤਾ ਦੇ ਹਨੇਰੇ ਅੰਦਰ ਮਰਦਾ ਨਹੀਂ। ਗੁਰੂ ਦੇ ਸ਼ਬਦ ਅੰਦਰ ਸਦਾ ਜਿਉਂਦਾ ਰਹਿੰਦਾ ਹੈ, ਜਾਗਦਾ ਤੇ ਸੁਚੇਤ ਰਹਿੰਦਾ ਹੈ। ਵਸੇ ਨਾਲੋਂ ਉਜੜਿਆ ਭਲਾ। ਜਿਸ ਥਾਂ ਰੱਬ ਦਾ ਨਾਮ ਲਿਆ ਜਾਏ, ਜਿੱਥੇ ਗੁਰੂ ਦੀ ਸੰਗਤ ਜੁੜੇ, ਉਹ ਥਾਂ ਚੰਗੀ ਹੈ, ਭਾਵੇਂ ਉਹ ਥਾਂ ਕਿੰਨੀ ਵੀ ਉਜੜੀ ਹੋਈ ਕਿਉਂ ਨਾ ਹੋਵੇ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਕਬੀਰ ਪਾਟਣ ਤੇ ਉਜਰ ਭਲਾ, ਰਾਮ ਭਗਤ ਜਿਹ ਠਾਏ, ਰਾਮ ਸਨੇਹੀ ਬਾਹਰਾ, ਜੰਪੁਰ ਮੇਰੇ ਭਾਏ। ਹੇ ਕਬੀਰ, ਸ਼ਹਿਰ ਨਾਲੋਂ ਉਹ ਉਜੜਿਆ ਹੋਇਆ ਥਾਂ ਚੰਗਾ ਹੈ ਜਿੱਥੇ ਭਗਤ ਅਕਾਲ ਪੁਰਖ ਦੇ ਗੁਣ ਗਾਉਂਦੇ ਰਹਿੰਦੇ ਹਨ, ਅਤੇ ਜਿਹੜਾ ਥਾਂ ਰਾਮ ਨਾਲ ਪਿਆਰ ਕਰਨ ਵਾਲੇ ਭਗਤਾਂ ਤੋਂ ਸੁੰਝਾ ਹੋਵੇ, ਖਾਲੀ ਹੋਵੇ, ਮੈਨੂੰ ਤਾਂ ਉਹ ਜੰਪੁਰ ਜਾਪਦਾ ਹੈ, ਨਰਕ ਜਾਪਦਾ ਹੈ। ਸੋ ਗੁਰੂ ਪਿਆਰੋ, ਜੇ ਸਾਡਾ ਮਨ ਮੰਦਰ ਵੀ ਰੱਬ ਦੇ ਨਾਮ ਤੋਂ ਖਾਲੀ ਹੈ ਤਾਂ ਇਹ ਨਰਕ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੈ। ਅਤੇ ਜੇ ਮਨ ਅੰਦਰ ਉਸ ਦੀ ਵਿਚਾਰ ਹੈ, ਉਸ ਦੇ ਗੁਣ ਹਨ, ਉਸ ਦਾ ਨਾਮ ਹੈ, ਤਾਂ ਇਸ ਤੋਂ ਸੋਹਣਾ ਮੰਦਰ ਹੋਰ ਕੋਈ ਨਹੀਂ ਹੋ ਸਕਦਾ। ਪੂਰਨ ਮਨੁੱਖ ਦੀ ਪਛਾਣ। ਪੂਰਾ ਨਾ ਮਰਨ ਨਾਲ ਹੁੰਦਾ ਹੈ, ਨਾ ਹੀ ਪੂਰਾ ਪਦਾਰਥਾਂ ਦੇ ਢੇਰ ਨਾਲ ਹੁੰਦਾ ਹੈ। ਪੂਰਨ ਉਹੀ ਹੈ ਜਿਸ ਅੰਦਰ ਪੂਰਾ ਵਸਦਾ ਹੋਇਆ ਦਿਖਾਈ ਦੇਣ ਲੱਗ ਪਏ, ਜਿਸ ਦੇ ਬੋਲ, ਮਨ ਅਤੇ ਕੰਮ ਅੰਦਰ ਰੱਬ ਦਿਖਾਈ ਦੇਣ ਲੱਗੇ, ਉਹੀ ਪੂਰਾ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਕਹਿ ਕਬੀਰ ਪੂਰਨ ਜਗ ਸੋਈ, ਜਾਂ ਕੈ ਹਿਰਦੈ ਅਵਰ ਨਾ ਹੋਈ। ਭਾਵ ਕਿ ਹੇ ਕਬੀਰ, ਇਸ ਜਗਤ ਦੇ ਅੰਦਰ ਉਹੀ ਪੂਰਨ ਹੈ, ਉਹੀ ਰੱਬੀ ਗੁਣਾਂ ਨਾਲ ਭਰਿਆ ਹੈ, ਜਿਸ ਦੇ ਹਿਰਦੇ ਵਿੱਚ ਇੱਕ ਤੋਂ ਬਿਨਾਂ ਕੋਈ ਹੋਰ ਨਹੀਂ, ਜਿਸ ਅੰਦਰ ਸਿਰਫ ਤੇ ਸਿਰਫ ਇੱਕ ਹੈ, ਇੱਕ ਦੀ ਵਿਚਾਰ ਹੈ, ਇੱਕ ਦੇ ਹੀ ਗੁਣ ਹਨ, ਉਸ ਦੀ ਸਿਫਤ ਸਲਾਹ ਹੈ। ਉਹੀ ਪੂਰਨ ਹੈ, ਉਹੀ ਪੂਰਾ ਹੈ। ਤੂੰ ਕਰਤਾ ਤੂੰ ਹੁਆ। कबीर तू करता तू हुआ, मुझ में रहा न हूँ, जब आपा पर का मिट गया, जत देखो तत तू। ਭਾਵ ਕਿ ਤੂੰ ਕਰਦਿਆਂ, ਇੱਕ ਨੂੰ ਯਾਦ ਕਰਦਿਆਂ, ਉਸ ਨੂੰ ਸਿਮਰਦਿਆਂ ਮੈਂ ਤਾਂ ਹੁਣ ਮੁੱਕ ਹੀ ਗਿਆ ਹਾਂ। ਮੈਂ ਹਾਂ ਇਹ ਖਿਆਲ ਹੀ ਚਲਾ ਗਿਆ ਹੈ। ਅਤੇ ਜਿਸ ਦਿਨ ਇੰਜ ਹੁੰਦਾ ਹੈ, ਉਹ ਦਿਨ ਬਹੁਤ ਭਾਗਾਂ ਵਾਲਾ ਹੁੰਦਾ, ਕਿਉਂਕਿ ਜਦੋਂ ਤੱਕ ਮੈਂ ਹਾਂ ਉਦੋਂ ਤੱਕ ਮਨ ਉਹ ਸਭ ਨਹੀਂ ਦੇਖ ਪਾਉਂਦਾ ਜੋ ਅਸਲ ਵਿੱਚ ਦੁਨੀਆ ਅੰਦਰ ਹੈ। ਇਸ ਲਈ ਭਗਤ ਜੀ ਫਰਮਾਉਂਦੇ ਹਨ ਕਿ ਤੂੰ ਕਰਦਿਆਂ ਮੈਂ ਮੇਰੀ ਦੂਰ ਹੋ ਗਈ ਹੈ। ਹੁਣ ਜਦੋਂ ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ, ਤਾਂ ਹੁਣ ਮੈਂ ਜਿੱਧਰ ਵੀ ਦੇਖਦਾ ਹਾਂ ਮੈਨੂੰ ਉੱਧਰ ਹੀ ਤੂੰ ਦਿਖਾਈ ਦਿੰਦਾ ਹੈ। ਹਰ ਥਾਂ ਤੇ ਤੂੰ ਹੀ ਦਿਸ ਰਿਹਾ ਹੈ। ਹੇ ਮੇਰੇ ਮਾਲਕ, ਤੂੰ ਹੀ ਹਰ ਪਾਸੇ ਨਜ਼ਰ ਆ ਰਿਹਾ ਹੈ, ਤੂੰ ਹੀ ਹਰ ਜਗ੍ਹਾ ਹੈ, ਹਰ ਪਾਸੇ ਹੈ। ਤਾਂ ਗੁਰੂ ਪਿਆਰੋ, ਇਹ ਸਨ ਭਗਤ ਕਬੀਰ ਜੀ ਦੇ ਕੁਝ 94 ਵਿਚਾਰ। ਇਹ ਵਿਚਾਰ ਤਾਂ ਰੱਬੀ ਗਿਆਨ ਦੀ ਬਹੁਤ ਛੋਟੀ ਜਿਹੀ ਝਲਕ ਸੀ। ਗੁਰਬਾਣੀ ਅੰਦਰ ਤਾਂ ਐਸੇ ਖਜ਼ਾਨੇ ਹਨ, ਵਿਚਾਰਾਂ ਹਨ, ਗੁਣ ਹਨ, ਜਿਸ ਨੂੰ ਖੋਜਿਆ ਜਾਏ, ਭਾਲਿਆ ਜਾਏ ਤਾਂ ਮਨ ਉਹਨਾਂ ਖਜ਼ਾਨਿਆਂ ਨਾਲ ਮਾਲਾ ਮਾਲ ਹੋ ਸਕਦਾ ਹੈ, ਅਮੀਰ ਹੋ ਸਕਦਾ ਹੈ, ਉਹ ਗੁਣਾਂ ਨਾਲ ਭਰਪੂਰ ਹੋ ਸਕਦਾ ਹੈ, ਉਸ ਦਾ ਜੀਵਨ ਸੁਧਰ ਸਕਦਾ ਹੈ, ਉਹ ਰੱਬ ਨਾਲ ਇੱਕ ਹੋ ਸਕਦਾ ਹੈ। ਤਾਂ ਅੰਤ ਵਿੱਚ ਵੀਡੀਓ ਬਣਾਉਂਦੇ ਹੋਈਆਂ ਸਭ ਗਲਤੀਆਂ ਦੀ ਮੈਂ ਖਿਮਾ ਮੰਗਦਾ ਹਾਂ, ਅਤੇ ਅੱਗੇ ਤੋਂ ਸਹੀ ਵਿਚਾਰ ਹੋ ਸਕੇ ਐਸੀ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦਾ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਪੂਰੀ ਵਿਚਾਰ ਲਈ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ, ਅਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।